किसान हजरात जिन्ना ज़्यादा जानवर रखे हुए हैं तो वो बाज़ औक़ात मिल्किंग करते हैं, उन्होंने प्रॉब्लम होंदी है, ज़्यादा जानवर जो चुआई करते हैं उन्होंने अंगूठे दर्द करने लग जाते हैं, या अजकल चलता जी वो बगैर बाबे तो मिलती नहीं जी, वो की है जी एक बाबे के हाथ पै जाती है गां, वो बाद जो कोई दूसरा पैन लगे तो उन्होंने मार दिया छड़ा, ये काम होंदा तो फिर ना बाबा किते जान जोगा, बाबा जाए तो पिछों गां चों नहीं औखी हो जाती है, फिर उन्हें कुछ नहीं देना। हाँ जी। अस्सलाम वालेकुम। वालेकुम सलाम जी उस्मान साहब की हाल है सर, ठीक हो जी? अल्लाह का शुक्र है जनाब, तुसां सुनाओ जी? ਉਹਦੀ ज़्यादा बड़ा करम माशाल्लाह जी। ऑलरेडी सारे दोस्त जनाब दे नाम तो जनाब दे शोरूम तो वाकफ ने। दोस्तों ने एक दफ़ा फिर अपना ते अपने शोरूम का मुकम्मल तारफ करवा दियो जी। मेरा नाम उस्मान अशरफ है, एग्रीकल्चर तो इंडस्ट्रीयल मशीनां बनाने जी, डस्का इंजीनियरिंग के नाम तो काम करने पे। शोरूम है साडा जी डस्के नहर के पुल ते शैल पंप के नाल, यानी नहर के पुल ते कोई खलोता है तो सामने साडी फ्लैक्स नज़र आ ही जाती है उन्होंने, तो इत्थे असीं जिहड़ा ना मशीनरी सेल कर रहे हैं। तो वैसे तो मुख्तलिफ एग्रीकल्चर मशीनरी बनाई दी है, जिहदे रैपर हो गया, गोडी वाली मशीनां हो गई, बीज लाने वाली मशीनां हो गई, तो उन्होंने नाल मिल्किंग मशीन जी है ये भी अजकल प्रोवाइड कर रहे हैं किसान हजरात वास्ते। मैं भी तकरीबन डेली बेसिस ते मज्झां या गावां दी जड़ा ना वीडियोस बनाना वा। सही बाज़ दोस्त ऐसियां गावां दा शौक करांदे ने जिहड़ियां माशाल्लाह 3 लीटर 40 लीटर 50 लीटर तक भी दुध दिंदियां ने। काफ़ी दोस्त कमेंट भी करते हैं कि इन्हां दी जिहड़ी चवाई ओह किंज करनी है, मुश्किल प्रोसेस है। तो माशाल्लाह जी बड़ा अच्छा स्टैप है। दोस्तों को यह दसो जिहड़ियां मशीनां ने यह किन्ने मॉडल ने, इन्हां दा की तरीके इस्तेमाल है, सारी ज़रा वजाहत कर दवो जी। मैं अक्सर तुहाडियां देखना माशाल्लाह बहुत खूबसूरत गावां दिखाते हो तो ज़्यादा मिल्क वालियां दिखाते हो, तो ਉਹਦੇ ਵਾਸਤੇ ਇਹ ਵੇ ਕਿ ਇਹ ਮਸ਼ੀਨਾਂ ਜਿਹੜੀਆਂ ਨੇ ਤੁਰਕੀ ਤੋਂ ਆਉਂਦੀਆਂ ਨੇ, ਜ਼ਿਆਦਾ ਕਾਰਆਮਦ ਵੀ ਤੁਰਕੀ ਵਾਲੀਆਂ ਨੇ। ਵੈਸੇ ਪਾਕਿਸਤਾਨ 'ਚ ਵੀ ਕੁਝ ਲੋਕਾਂ ਨੇ ਬਣਾਈਆਂ ਨੇ, ਲੇਕਿਨ ਉਹਨਾਂ ਦੀ ਪਰਫਾਰਮੈਂਸ ਤੇ ਇਹਨਾਂ ਦੀ ਪਰਫਾਰਮੈਂਸ 'ਚ ਢੇਰ ਫਰਕ ਹੈ। ਪਾਕਿਸਤਾਨ ਵੀ ਬਣਾਏਗਾ ਵਕਤ ਦੇ ਨਾਲ ਨਾਲ ਸਟੈਂਡਰਡ ਲਿਆਏਗਾ, ਲੇਕਿਨ ਫਿਲਹਾਲ ਜਿਹੜਾ ਉਹ ਤੁਰਕੀ ਮਾਡਲ ਜਿਹੜਾ ਉਹ ਜ਼ਿਆਦਾ ਲਾਈਕ ਕੀਤਾ ਜਾਂਦਾ, ਤੁਰਕੀ ਦੀਆਂ ਮਸ਼ੀਨਾਂ ਜ਼ਿਆਦਾ ਲਾਈਕ ਕੀਤੀਆਂ ਜਾਂਦੀਆਂ ਨੇ, ਤੇ ਇਸ ਕਰਕੇ ਇਹ ਮਿਲਕਿੰਗ ਮਸ਼ੀਨਾਂ ਦੀ ਕਾਫੀ ਜ਼ਿਆਦਾ ਮੰਗ ਵਧੀ ਹੋਈ ਹੈ। ਤੇ ਦੂਸਰੀ ਮੰਗ ਵਧਣ ਦੀ ਇੱਕ ਇਹ ਵੀ ਵਜ੍ਹਾ ਹੈ ਕਿ ਅੱਜ ਕੱਲ੍ਹ ਜਿਹੜਾ मीडिया ਤੇ ਬਹੁਤ ਜ਼ਿਆਦਾ ਪ੍ਰੋਪੇਗੈਂਡਾ ਕੀਤਾ ਜਾ ਰਿਹਾ ਹੈ ਕਿ ਜਨਾਬ ਡੱਬੇ ਵਾਲਾ ਦੁੱਧ ਲਵੋ, ਜਿਹੜਾ ਖੁੱਲਾ ਦੁੱਧ ਇਹਦੇ 'ਚ ਜਰਾਸੀਮ ਹੁੰਦੇ ਨੇ ਜੀ, ਇਹਦੇ 'ਚ ਚੁਆਈ ਕਰਦੇ ਆ, ਗੰਦਗੀ ਹੁੰਦੀ ਹੈ, ਹੁੰਦਾ ਉਹ ਹੁੰਦਾ। ਉਹ ਪ੍ਰੋਪੇਗੈਂਡਾ ਅਸੀਂ ਉਸੇ ਸੂਰਤ 'ਚ ਨਾਕਾਮ ਕਰ ਸਕਦੇ ਹਾਂ ਕਿ ਜਦੋਂ ਅਸੀਂ ਸਫਾਈ ਦੇ ਪੂਰੇ ਇਹਤਮਾਮ ਕਰਾਂਗੇ। ਤੇ ਇਹ ਮਿਲਕਿੰਗ ਮਸ਼ੀਨਾਂ ਅਗਰ ਇਸਤੇਮਾਲ ਕੀਤੀਆਂ ਜਾਂਦੀਆਂ ਨੇ, ਇਹਦੇ ਨਾਲ ਇਹ ਵੇ ਕਿ ਨਾ ਤੇ ਹੱਥ ਦਾ ਇਸਤੇਮਾਲ ਹੋਣਾ ਤੇ ਨਾ ਹੀ ਕੋਈ ਛੁੱਟੇ ਵਗੈਰਾ ਵਿੱਚ ਪੈਣ ਦਾ ਖਤਰਾ ਹੈ ਦੁੱਧ ਦੇ ਵਿੱਚ, ਬਲਕਿ ਸਾਫ਼ ਤੇ ਨਫੀਸ ਦੁੱਧ ਜਿਹੜਾ ਉਹ ਹਾਸਲ ਹੋ ਜਾਂਦਾ ਹੈ। ਇਸ ਵਜ੍ਹਾ ਤੋਂ ਇਹਨਾਂ ਦੀ दिन ब दिन मांग बढ़ती चली जा रही है। जबरदस्त हो गया। इस टाइम सामने 3 मॉडल नजर आ रहे हैं, 1 बाय 1 उन्होंने वजाहत कर दियो जी। इन्हां च ਇਹ ਸਭ ਤੋਂ ਛੋਟਾ ਮਾਡਲ ਜਿਹੜਾ ਹੈ, ਇਹਦੇ 'ਚ ਸਿੰਗਲ ਬਕਟ ਸਿੰਗਲ ਕਲਸਟਰ ਹੈ। ਕਲਸਟਰ ਯਾਨੀ ਇਹ 4 ਨਿੱਪਲ ਇਹਦੇ ਨਾਲ ਨੇ, ਇਹਨੂੰ ਇਸ ਹਿੱਸੇ ਨੂੰ ਕਲਸਟਰ ਆਖਿਆ ਜਾਂਦਾ ਹੈ। ਐਟ ਅ ਟਾਈਮ ਇੱਕ ਜਾਨਵਰ ਨੂੰ ਇਹ ਲੱਗ ਸਕਦੀ ਹੈ। 3 ਲੀਟਰ ਦੀ ਇਹਦੇ ਨਾਲ ਕੈਨ ਦਿੱਤੀ ਗਈ ਹੈ ਜੀ, ਨਾਲ ਆਇਲ ਸਿਸਟਮ ਹੈ ਇਹਦਾ। ਇਹ ਵਾਲੀ ਮਸ਼ੀਨ ਜਿਹੜੀ ਹੈ 95,000 ਰੁਪਏ ਦੀ ਅਸੀਂ ਪ੍ਰੋਵਾਈਡ ਕਰ ਰਹੇ ਹਾਂ ਕਸਟਮਰ ਨੂੰ। ਇਹ ਜਿਹੜੀ ਕੈਨ ਜਾਂ ਬਕਟ ਕੀ ਕਪੈਸਿਟੀ ਇਹਦੀ 3 ਲੀਟਰ ਜੀ, ਇਹਦੀ 3 ਲੀਟਰ ਬਕਟ ਹੈ। ਅਗਰ ਕੋਈ ਆਖੇ ਕਿ ਸਾਨੂੰ ਡੇਰੇ ਤੇ ਆ ਕੇ ਚਵਾ ਦਿਓ ਤੇ ਉਹ ਵੀ ਚਵਾ ਦਿੰਦੇ ਆ। ਉਹਦੀ ਫਿਰ ਫੀਸ ਹੁੰਦੀ ਹੈ ਥੋੜੀ ਜਿਹੀ ਇਜ਼ਾਫੀ ਚਾਰजेस, ਉਹ ਡਿਪੈਂਡ ਕਰਦੇ ਕਿ ਕਿੰਨੀ ਦੂਰ ਜਾ ਕੇ ਚਲਾਣੀ ਹੈ ਉਸ ਹਿਸਾਬ ਨਾਲ। ਤੇ ਫਿਰ ਸਾਡਾ ਬੰਦਾ ਜਾ ਕੇ ਬਕਾਇਦਾ ਇਹ ਚਲਾ ਕੇ ਚੈੱਕ ਵੀ ਕਰਵਾ ਦਿੰਦਾ ਹੈ। ਤੇ ਇਹਦੇ ਵਿੱਚ ਜਿਹੜੇ ਸਪੇਅਰ ਪਾਰਟ ਨੇ ਇਹਦੀ ਵਾਰੰਟੀ ਵੀ ਦਿੱਤੀ ਜਾਂਦੀ ਹੈ, 6 ਮਾਹ ਸਪੇਅਰ ਪਾਰਟ ਦੀ ਵਾਰੰਟੀ ਹੁੰਦੀ ਹੈ। ਉਸ ਤੋਂ ਇਲਾਵਾ ਜਿਹੜੇ ਵੈਕਿਊਮ ਪੰਪ ਇਹਦੀ 2 ਸਾਲ ਦੀ ਵਾਰੰਟੀ ਹੁੰਦੀ ਹੈ। ਠੀਕ ਹੈ, ਮੋਟਰ ਇਹਦੇ ਨਾਲ ਹੀ ਹੈ ਜੀ, ਮੋਟਰ ਇਹਦੇ ਨਾਲ ਹੀ ਹੈ। ਉਸ ਤੋਂ ਬਾਅਦ ਇਹ ਦੂਸਰਾ ਮਾਡਲ ਹੈ ਜੀ। ਇਹਦੇ 'ਚ ਟੈਂਕੀ ਜਿਹੜੀ ਹੈ 40 ਲੀਟਰ ਦੀ ਕਰ ਦਿੱਤੀ ਗਈ ਹੈ, ਨਾਲ ਇਹਨੂੰ ਡਬਲ ਕਲਸਟਰ ਕਰ ਦਿੱਤਾ ਗਿਆ। ਉਹ ਸਿੰਗਲ ਕਲਸਟਰ ਸੀ, ਇਹ ਡਬਲ ਕਲਸਟਰ ਹੈ। ਇਹਦਾ ਮਤਲਬ ਇਹ ਹੋਇਆ ਕਿ ਇਹ ਇੱਕ ਟਾਈਮ 'ਚ 2 ਜਾਨਵਰਾਂ ਨੂੰ ਲੱਗ ਜਾਂਦੀ ਹੈ। ਉਸਮਾਨ ਸਾਹਿਬ ਇੱਕ ਸਵਾਲ ਪੁੱਛਾਂ ਦਾ, ਇਹ ਜਿਹੜੀਆਂ ਮਸ਼ੀਨਾਂ ਨੇ ਜ਼ਿਆਦਾਤਰ ਜਿਹੜੀਆਂ ਗਾਵਾਂ ਨੇ ਉਹਨਾਂ ਵਾਸਤੇ ਬਿਹਤਰ ਨੇ ਜਾਂ ਕਿ ਮੱਝਾਂ ਦੀ ਚਵਾਈ ਵਾਸਤੇ? ਜੀ, ਮੱਝਾਂ ਦੀ ਚਵਾਈ ਵੀ ਕੀਤੀ ਜਾ ਸਕਦੀ ਹੈ। ਤਾਂ ਪ੍ਰੈਸ਼ਰ ਜਿਹੜਾ ਹੈ ਉਹ ਐਡਜਸਟੇਬਲ ਹੁੰਦਾ, ਤੁਸੀਂ ਘੱਟ ਵੀ ਕਰ ਸਕਦੇ ਹੋ, ਜ਼ਿਆਦਾ ਵੀ ਕਰ ਸਕਦੇ ਹੋ। ਤੇ ਪ੍ਰੈਸ਼ਰ ਵਧਾ ਕੇ ਦੇ ਨਾਲ ਮੱਝਾਂ ਦੀ ਚਵਾਈ ਵੀ ਕੀਤੀ ਜਾ ਸਕਦੀ ਹੈ। ਵੈਸੇ ਜ਼ਿਆਦਾਤਰ ਲੋਕ ਗਾਵਾਂ ਦੀ ਚਵਾਈ ਵਾਸਤੇ ਇਹਨੂੰ ਇਸਤੇਮਾਲ ਕਰਦੇ। ਇਹ ਜਿਹੜੀ ਮਸ਼ੀਨ ਹੈ ਇਹਦੀ ਜਿਹੜੀ ਕਪੈਸਿਟੀ ਬਕਟ ਉਹ 40 ਲੀਟਰ ਜੀ, 40 ਲੀਟਰ ਹੈ। ਇਹ 2 ਜਾਨਵਰਾਂ ਦੀ ਚਵਾਈ ਹੋ ਸਕਦੀ ਹੈ? ਜੀ, 2 ਜਾਨਵਰਾਂ ਦੀ ਚਵਾਈ ਹੋ ਸਕਦੀ ਹੈ। ਤੇ ਇਹਦੀ ਪ੍ਰਾਈਸ ਜਿਹੜੀ ਹੁਣ ਮੌਜੂਦਾ ਚੱਲਦੀ ਹੈ ਪਈ ਫਰਵਰੀ 2022 'ਚ, ਇਹਦੀ 1,40,000 ਰੁਪਏ कीमत है। पहली 95,000 रुपए दी, 1,40,000 रुपए दी। जी, ठीक हो गया। उस
ਤੋਂ ਬਾਅਦ ਜੀ ਡਬਲ ਵਕਟ ਡਬਲ ਕਲਸਟਰ ਆ ਜਾਂਦੀ ਹੈ। ਕੁਝ ਕਿਸਾਨ ਹਜ਼ਰਾਤ ਜਿਵੇਂ ਕਿ ਤੁਹਾਡੀਆਂ ਵੀਡੀਓ ਦੇਖਦੇ ਨੇ ਮਿਲਕਿੰਗ ਗਾਵਾਂ ਦੀ ਕਰਦੇ ਨੇ, ਤੁਸੀਂ ਵਿਖਾ ਰਹੇ ਹੁੰਦੇ ਲਾਈਵ ਮਿਲਕਿੰਗ ਕਿ ਕਿੰਨੀ ਮਿਲਕਿੰਗ ਹੋ ਰਹੀ ਹੈ, ਉਸ ਸੂਰਤ 'ਚ ਉਹ ਡਿਮਾਂਡ ਕਰਦੇ ਨੇ ਕਿ ਯਾਰ ਸਾਨੂੰ ਬਕਟ ਲਹਿਦਾ ਮਿਲੇ ਤਾਂ ਕਿ ਸਾਨੂੰ ਪਤਾ ਚੱਲ ਸਕੇ ਕਿ ਕਿਹੜੀ ਗਾਂ ਕਿੰਨਾ ਦੁੱਧ ਦੇ ਰਹੀ ਹੈ। ਉਸ ਵਾਸਤੇ ਫਿਰ ਡਬਲ ਬਕਟ ਡਬਲ ਕਲਸਟਰ ਮਸ਼ੀਨ ਤਿਆਰ ਕੀਤੀ ਗਈ ਹੈ। ਇਹ 1,60,000 ਰੁਪਏ ਦੀ ਮਿਲਦੀ ਹੈ ਪਈ ਡਬਲ ਬਕਟ ਤੇ ਡਬਲ ਕਲਸਟਰ। ਚੁਆਈ ਬਿਹਤਰੀਨ ਹੈ, ਗਰੰਟੀ ਦੇ ਨਾਲ ਦਿੰਦੇ ਆ, 6 ਮਾਹ ਸਪੇਅਰ ਪਾਰਟ ਦੀ ਵਾਰੰਟੀ ਵੀ ਦਿੰਦੇ ਆ। ਅਗਰ ਕੋਈ ਆਖੇ ਚਲਾ ਕੇ ਵਿਖਾਣ ਨੂੰ ਤੇ ਚਲਾ ਕੇ ਵੀ ਵਿਖਾ ਸਕਨੇ ਆ। ਅਲਹਮਦੁਲਿਲਾ ਬਿਹਤਰੀਨ ਚੱਲਦੀਆਂ ਨੇ ਪਈਆਂ ਸਾਡੀਆਂ ਮਸ਼ੀਨਾਂ। ਇਨਸ਼ਾਅੱਲਾ ਤੁਹਾਡੀ ਚਲਾ ਕੇ ਦੱਸਾਂਦੇ ਦੋਸਤਾਂ ਨੂੰ। ਅਗਰ ਕੋਈ ਦੋਸਤ ਪੁੱਛੇ ਤੁਸੀਂ ਉਹ ਜਿਹੜਾ ਲਿੰਕ ਹੈ ਉਹ ਸੈਂਡ ਕਰ ਦੇਣਾ। ਉਮੀਦ ਹੈ ਕਿ ਇਹਦੀ ਜਿਹੜੀ ਪ੍ਰੈਕਟੀਕਲ ਵੀਡੀਓ ਵੀ ਇਨਸ਼ਾਅੱਲਾ ਅਪਲੋਡ ਹੋਈ ਇਹਦੀ, ਉਹਦਾ ਤੁਸੀਂ ਦੋਸਤਾਂ ਨੂੰ ਲਿੰਕ ਜਿਹੜਾ ਨਾ ਉਹ ਸੈਂਡ ਕਰ ਦੇਣਾ ਜੀ। ਮਜ਼ੀਦ ਇਹਨਾਂ ਦੇ ਬਾਰੇ ਕੋਈ ਦੱਸਣਾ ਹੋਏ? ਮਜ਼ੀਦ ਇਹ ਹੈ ਕਿ ਅਗਰ ਕੋਈ ਖਰੀਦਣਾ ਚਾਹੁੰਦਾ ਹੈ ਤੇ ਉਹ ਡਸਕੇ ਆ ਸਕਦਾ। ਡਸਕੇ ਨਹਿਰ ਦੇ ਪੁਲ ਤੇ ਸ਼ੈਲ ਪੰਪ ਦੇ ਨਾਲ ਹੀ ਪਹਿਲੀ ਬਿਲਡਿੰਗ ਡਸਕਾ ਇੰਜੀਨੀਅਰਿੰਗ, ਇੱਥੇ ਤਸ਼ਰੀਫ ਲਿਆ ਸਕਦਾ ਹੈ। ਤੇ ਉਸ ਤੋਂ ਇਲਾਵਾ ਨੰਬਰ ਹੈ ਜੀ 0345 217 1208। ਦੂਸਰਾ ਨੰਬਰ ਹੈ 0324 490 9112। ਇਹਨਾਂ ਨੰਬਰਾਂ ਤੇ ਰਾਬਤਾ ਕਰਕੇ ਮਸ਼ੀਨਾਂ ਹਾਸਲ ਕੀਤੀਆਂ ਜਾ ਸਕਦੀਆਂ। ਇਹਦੀ ਸਰ ਪ੍ਰਾਈਸ ਕੀ ਹੈ ਜਿਹੜੀ ਆ ਤੀਸਰਾ ਮਾਡਲ ਹੈ? 1,60,000 ਰੁਪਏ ਦੀ ਪ੍ਰਾਈਸ ਹੈ। ਠੀਕ ਹੈ। ਟਾਈਮ ਦੇ ਬਾਰੇ ਕੋਈ ਜ਼ਿਕਰ ਕਰ ਦਿਓ, ਕਿੰਨਾ ਕੋਈ ਟਾਈਮ ਲੱਗਦਾ ਉਹਦਾ ਕੋਈ ਅੰਦਾਜ਼ਾ ਹੈ ਕਿ ਨਹੀਂ ਚੁਆਈ ਦੇ ਦੌਰਾਨ? ਕਿਉਂਕਿ ਇਹਦੀ ਸਪੀਡ ਅਸੀਂ ਬਹੁਤ ਜ਼ਿਆਦਾ ਨਹੀਂ ਕਰ ਸਕਦੇ ਕਿਉਂਕਿ ਇੱਕ ਨੈਚੁਰਲ ਤਰੀਕਾ ਹੁੰਦਾ ਮਿਲਕਿੰਗ ਦਾ, ਤੇ ਇਸ ਕਰਕੇ ਤਕਰੀਬਨ 4 ਤੋਂ 5 ਮਿੰਟ ਦੀ ਐਵਰੇਜ ਰਹਿੰਦੀ ਹੈ ਇੱਕ ਜਾਨਵਰ ਦੀ। ਠੀਕ ਹੈ। ਅਗਰ ਕੋਈ ਜ਼ਿਆਦਾ ਦੁੱਧ ਦੇਣ ਵਾਲਾ ਉਹਦੇ ਤੇ ਟਾਈਮ ਥੋੜਾ ਜ਼ਿਆਦਾ ਵੀ ਲੱਗ ਸਕਦਾ ਹੈ, 2-4 ਮਿੰਟ ਦਾ ਫਰਕ ਪੈ ਸਕਦਾ। ਲੇਕਿਨ ਇਹ ਵੇ ਕਿ ਇਹਦੇ ਨਾਲ ਸਹੂਲਤ ਕਾਫੀ ਜ਼ਿਆਦਾ ਹੋ ਜਾਂਦੀ ਹੈ ਕਿ ਮਤਲਬ ਉਹ ਕਿਸਾਨ ਹਜ਼ਰਾਤ ਜਿੰਨਾ ਜ਼ਿਆਦਾ ਜਾਨਵਰ ਰੱਖੇ ਹੋਏ ਨੇ ਤੇ ਉਹ ਬਾਅਦ ਵਕਤ ਮਿਲਕਿੰਗ ਕਰਦੇ ਉਹਨਾਂ ਨੂੰ ਪ੍ਰੋਬਲਮ ਹੁੰਦੀ ਹੈ। ਜ਼ਿਆਦਾ ਜਾਨਵਰ ਜਦੋਂ ਚੁਆਈ ਕਰਦੇ ਨੇ ਉਹਨਾਂ ਦੇ ਅੰਗੂਠੇ ਦਰਦ ਕਰਨ ਲੱਗ ਜਾਂਦੇ ਨੇ, ਜਾਂ ਉਹ ਅੱਜ ਕੱਲ੍ਹ ਚੱਲਦਾ ਜੀ ਉਹ ਬਗੈਰ ਬਾਬੇ ਤੋਂ ਮਿਲਦੀ ਨਹੀਂ ਜੀ। ਉਹ ਕੀ ਹੈ ਜੀ, ਇੱਕ ਬਾਬੇ ਦੇ ਹੱਥ ਤੇ ਪੈ ਜਾਂਦੀ ਹੈ ਗਾਂ, ਉਹ ਬਾਅਦ 'ਚ ਜਦੋਂ ਕੋਈ ਦੂਸਰਾ ਪੈਣ ਲੱਗੇ ਤੇ ਉਹਨੂੰ ਮਾਰਦੀ ਹੈ ਛੜਾਂ। ਇਹ ਕੰਮ ਹੁੰਦਾ ਤੇ ਫਿਰ ਨਾ ਬਾਬਾ ਕਿਤੇ ਜਾਣ ਜੋਗਾ, ਬਾਬਾ ਜਾਏ ਤੇ ਪਿੱਛੋਂ ਗਾਂ ਚੋਂ ਨਹੀਂ ਔਖੀ ਹੋ ਜਾਂਦੀ ਹੈ, ਉਹ ਫਿਰ ਉਹਨੇ ਕੁਝ ਨਹੀਂ ਦੇਣਾ। ਹਾਂਜੀ। ਤੇ ਉਹਨੂੰ ਬਗੈਰ ਬਾਬਿਆਂ ਦੇ ਪਾਣ ਦੇ ਇਹਨੂੰ ਬਾਬਾ ਬਣਾ ਛੜੋ ਉਹਦਾ, ਤਾਂ ਕਿ ਬਾਬਾ ਜਿੱਥੇ ਮਰਜ਼ੀ ਜਾਏ, ਵਿਆਹ ਸ਼ਾਦੀਆਂ ਵਿਆਹ ਗਾਏ, ਲੇਕਿਨ ਇਹ ਜਿਹੜਾ ਨਾ ਮਿਲਕਿੰਗ ਤੁਹਾਡੀ ਜਿਹੜੇ ਪ੍ਰੋਪਰ ਅੰਦਾਜ਼ ਨਾਲ ਹੁੰਦੀ ਰਹੇ। ਪਹਿਲੇ 3-4 ਦਿਨ ਪ੍ਰੋਬਲਮ ਹੁੰਦੀ ਹੈ ਗਾਵਾਂ ਕਿਉਂਕਿ ਡਰ ਜਾਂਦੀਆਂ ਨੇ, ਇਸ ਕਰਕੇ ਦੁੱਧ ਜਿਹੜਾ ਥੋੜਾ ਘਟਦਾ ਹੈ, ਲੇਕਿਨ ਉਸ ਤੋਂ ਬਾਅਦ ਪ੍ਰੋਪਰ ਅੰਦਾਜ਼ ਨਾਲ ਇਹਦੀ ਮਿਲਕਿੰਗ ਹੋਣ ਲੱਗ ਪੈਂਦੀ ਹੈ ਔਰ ਪਹਿਲੇ ਨਾਲੋਂ ਵੀ ਕੁਝ ਬਿਹਤਰ ਹੀ ਰਿਜ਼ਲਟ ਆਉਂਦਾ ਦੁੱਧ ਦਾ। ਇਨਸ਼ਾਅੱਲਾ ਜੀ। ਉਸਮਾਨ ਸਾਹਿਬ ਬਹੁਤ ਸ਼ੁਕਰੀਆ ਜੀ। ਓਕੇ ਜੀ, ਓਕੇ ਜੀ, ਇਜਾਜ਼ਤ ਚਾਹੁੰਦੇ ਹਾਂ। ਅੱਲਾਹ ਹਾਫਿਜ਼।